लो जी अस्सलाम वालेकुम दोस्तों, ਤੁਹਾਨੂੰ ਅੱਜ ਫਰੈਂਕਫਰਟ ਦਾ ਇੱਕ ਹੋਰ ਕਿਨਾਰਾ ਦਿਖਾਉਂਦੇ ਆ। ਇਹ ਜਿਹੜੇ ਇਲਾਕੇ 'ਚ ਇਸ ਟਾਈਮ ਤੁਸੀਂ ਮੇਰੇ ਨਾਲ ਸੈਰ ਕਰ ਰਹੇ ਹੋ, ਇਹ ਜੇ ਓਫਨਬਾਖਰ ਲਾਂਡਸਟਰਾਸੇ ਸੱਜੇ ਪਾਸੇ ਚਲ ਜਾਂਦੇ ਤੇ ਇੱਧਰ ਓਫਨਬਾਖ ਆ ਜਾਣਾ ਸੀ। ਅੱਗੇ ਜਾ ਕੇ ਤੇ ਉੱਤੇ ਜਾ ਕੇ ਤੁਸੀਂ ਕਿਰਾਏ ਤੇ ਇਹ ਜਿਹੜਾ ਸਾਰਾ ਚੱਲ ਰਿਹਾ ਹੈ ਓਫਨਬਾਖਰ ਲਾਂਡਸਟਰਾਸੇ ਦਾ ਮਤਲਬ ਇਹ ਹੈ ਕਿ ਓਫਨਬਾਖ ਲੰਬਾ ਜ਼ਮੀਨੀ ਸਟਰੀਟ ਲੰਡ ਉੱਥੇ ਜ਼ਮੀਨ ਨੂੰ ਤੇ ਇਹ ਜਾ ਕੇ ਫਰੈਂਕਫਰਟ ਨੂੰ ਇਸ ਸਟਰੀਟ ਦੇ ਜ਼ਰੀਏ ਸਿੱਧਿਆਂ ਓਫਨਬਾਖ ਦੇ ਨਾਲ ਮਿਲਾ ਦਿੰਦਾ। ਓਫਨਬਾਖ ਤੇ ਫਰੈਂਕਫਰਟ ਬਿਲਕੁਲ ਨਾਲ ਜੁੜੇ ਸ਼ਹਿਰ ਨੇ, ਲੇਕਿਨ ਓਫਨਬਾਖ ਲਾਂਡਸਟਰਾਸੇ ਦਾ ਫਰੈਂਕਫਰਟ ਦੇ ਵਿੱਚ ਆਉਂਦਾ ਹੈ। ਇਹ ਸਿੱਧਾ ਇਹਦੇ ਚਲਦੇ ਜਾਓ ਤੇ ਅੱਗੇ ਓਫਨਬਾਖ 'ਚ ਚਲੇ ਜਾਓਗੇ। ਦੇਖੋ ਇਹਨਾਂ ਦਾ ਸਟਰਕਚਰ, ਦੇਖੋ ਇਹਨਾਂ ਦੇ ਘਰ, ਦੇਖੋ ਇਹਨਾਂ ਦੀਆਂ ਪਾਰਕਿੰਗ, ਦੇਖੋ ਦੋਨਾਂ ਸਾਈਡਾਂ 'ਤੇ ਜਗ੍ਹਾ ਘੱਟ ਹੋਣ ਦੀ ਵਜ੍ਹਾ ਤੋਂ ਸੜਕਾਂ ਦੀਆਂ ਦੋਨਾਂ ਸਾਈਡਾਂ ਦੇ ਉੱਤੇ ਕਿੱਡੇ ਮੁਨਜ਼ਮ ਤਰੀਕੇ ਨਾਲ ਲੋਕਾਂ ਨੇ ਪਾਰਕਿੰਗ ਕੀਤੀ ਔਰ ਦੂਸਰਿਆਂ ਲੋਕਾਂ ਦਾ ਖਿਆਲ ਰੱਖਿਆ ਹੈ ਕਿ ਅਸੀਂ ਗੱਡੀਆਂ ਨੂੰ ਇਸ ਤਰ੍ਹਾਂ ਪਾਰਕ ਕਰੀਏ ਕਿ ਅਗਰ ਕੋਈ ਹੋਰ ਬੰਦਾ ਆਵੇ ਤਾਂ ਉਹ ਵੀ ਆ ਕੇ ਇੱਥੇ ਪਾਰਕ ਕਰ ਸਕੇ। ਇੰਝ ਨਹੀਂ ਕਿ ਵਿੱਚ ਖੁੱਲੀ ਜਗ੍ਹਾ ਛੱਡੀ ਹੋਵੇ। ਅਤੇ ਅੱਗੇ ਤੁਹਾਨੂੰ ਹੁਣ ਚਲਦਿਆਂ ਪਹੁੰਚਾਂਗੇ ਫਰੈਂਕਫਰਟ ਦੇ ਵਿੱਚ, ਜਿਹਦੇ ਦਰਿਆ ਦੇ ਕੋਲ। ਔਰ ਇਹ ਫਰੈਂਕਫਰਟ ਦੀ ਆਬਾਦੀ ਤਕਰੀਬਨ 7.5 ਲੱਖ ਅਫਰਾਦ 'ਤੇ ਵੇ, ਅਤੇ ਜਿਹੜਾ ਇਹਦੇ ਵਿੱਚੋਂ ਦਰਿਆ ਗੁਜ਼ਰ ਕੇ ਜਾ ਰਿਹਾ, ਇਹਦਾ ਨਾਂ ਹੈਗਾ ਮਾਈਨ। ਇਹ ਮੁਖਤਲਿਫ ਸ਼ਹਿਰਾਂ ਨੂੰ ਮਿਲਾਉਂਦਾ ਹੈ ਔਰ ਉਹਦੇ ਵਿੱਚ ਸ਼ਿਪ ਵੀ ਚੱਲਦੇ ਨੇ ਵੱਡੇ ਜਿਹੜੇ ਵੱਡਿਆਂ ਸ਼ਹਿਰਾਂ ਨੂੰ ਆਪਸ 'ਚ ਮਿਲਾਉਂਦੇ ਨੇ। ਲੋਕ ਇੰਜੋਏ ਕਰਨ ਵਾਸਤੇ ਇਹਨਾਂ ਸ਼ਿਪਾਂ 'ਚ ਬਹਿ ਕੇ ਸੈਰ ਵੀ ਕਰਦੇ ਨੇ। ਛੋਟੇ ਟ੍ਰਿਪ ਵੀ ਲਵਾਉਂਦਾ, ਲੰਬੇ ਟ੍ਰਿਪ ਵੀ ਲਵਾਉਂਦਾ। ਔਰ ਬਾਜ਼ ਔਕਾਤ ਜਿਹੜੇ ਸ਼ਿਪ ਨੇ ਦੂਜਿਆਂ ਯੂਰਪੀਅਨ ਕੰਟਰੀਜ਼ ਦੇ ਵਿੱਚੋਂ ਵੀ ਜਦੋਂ ਫਰੈਂਕਫਰਟ ਵੱਲ ਕੋਈ ਆਉਣਾ ਚਾਹੇ ਤਾਂ ਉਹ ਆ ਜਾਂਦੇ। ਜਿਹੜੇ ਬੁੱਕ ਹੋਏ ਹੁੰਦੇ ਲੋਕਾਂ ਨੇ 2-2 ਹਫ਼ਤੇ ਦੀ ਬੁਕਿੰਗ ਕਰਵਾਈ ਹੁੰਦੀ। ਅਤੇ ਬਾਕੀ ਇੱਥੇ ਕੋਈ ਐਸਾ ਖਾਸ ਸੀਨ ਨਹੀਂ ਜਿਹੜਾ ਤੁਸੀਂ ਦੇਖ ਸਕੋ। ਤੁਹਾਨੂੰ ਅੱਗੇ ਚੱਲ ਕੇ ਫਿਰ ਦਰਿਆ 'ਤੇ ਇਨਸ਼ਾਅੱਲਾ ਅੱਗੇ ਸ਼ਾਮਲ ਕਰਨੇ ਨਾਲ। ਫਰੈਂਕਫਰਟ ਦੀ ਜ਼ਿੰਦਗੀ ਸੂਰਜ ਗਰੂਬ ਹੋਣ ਦੇ ਟਾਈਮ 'ਤੇ ਅੱਜ ਬੁੱਧ ਦਾ ਦਿਨ ਹੈ, ਸ਼ਾਮ ਮਗਰਬ ਦਾ ਵਕਤ ਹੋਣ ਵਾਲਾ ਹੈ। ਤੁਸੀਂ ਦੇਖੋ ਸੂਰਜ ਗਰੂਬ ਹੋ ਰਿਹਾ, ਲੇਕਿਨ ਗਰੂਬ ਹੁੰਦਿਆਂ ਦੀ ਜਿਹੜੀ ਲਾਈਟ ਹੈ ਉਹ ਜਦੋਂ ਬੱਦਲਾਂ 'ਤੇ ਪੈ ਰਹੀ ਹੈ ਅਤੇ ਕਿੰਨਾ ਖੂਬਸੂਰਤ ਨਜ਼ਾਰਾ। ਅੱਲਾਹ ਤਾਲਾ ਨੇ ਜਿਹੜੀਆਂ ਖੂਬਸੂਰਤੀਆਂ ਤੋਂ ਇਨਸਾਨਾਂ ਨੂੰ ਨਵਾਜ਼ਿਆ, ਉਹਦੇ ਵਿੱਚ ਇਹ ਜਿਹੜਾ ਨਜ਼ਾਰਾ ਨਾ ਸ਼ਾਮ ਨੂੰ ਸੂਰਜ ਦੀਆਂ ਕਿਰਨਾਂ ਦੇ ਨਾਲ ਜਿਹੜਾ ਬੱਦਲ ਹੈ ਉਹ ਆਪਣਾ ਰੰਗ ਬਦਲਦਾ ਰਹਿੰਦਾ। ਕਦੇ ਉਹ ਇਸ ਕਲਰ 'ਚ ਹੋ ਜਾਏਗਾ, ਕਦੀ ਉਹ ਥੋੜ੍ਹਾ ਜਿਹਾ ਅਗਰ ਹੋਰ ਲੇਟ ਹੋਏਗਾ ਤਾਂ ਉਹਦਾ ਰੰਗ ਹੋਰ ਚੇਂਜ ਹੋ ਜਾਏਗਾ। ਇਹ ਅਸੀਂ ਹੁਣ ਸ਼ਹਿਰ ਦੇ ਵਿੱਚ ਫਰੈਂਕਫਰਟ ਦੇ ਵਿੱਚ ਇਸ ਟਾਈਮ ਦਾਖਲ ਹੋ ਚੁੱਕੇ ਹਾਂ। ਅੱਗੇ ਵੀ ਉਹ ਇੱਕ ਸਾਈਡ 'ਤੇ ਸੀ ਜ਼ਰਾ ਹੁਣ, ਲੇਕਿਨ ਅਸੀਂ ਸੈਂਟਰ ਵਾਲੀ ਸਾਈਡ 'ਤੇ ਜਾ ਰਹੇ ਹਾਂ ਆਹਿਸਤਾ। ਉੱਥੇ ਦਰਿਆ ਵੀ ਆਏਗਾ, ਦਰਿਆ ਤੋਂ ਵੀ ਤੁਹਾਨੂੰ ਨਜ਼ਾਰਾ ਦਿਖਾਵਾਂਗੇ। ਅਤੇ ਪੈਟਰੋਲ ਪੰਪ ਜੇ ਬੜਾ ਮਸ਼ਹੂਰ ਪੈਟਰੋਲ ਪੰਪ ਆਰਾਲ, ਇੱਥੋਂ ਅਸੀਂ ਰਾਈਟ ਹੋ ਕੇ ਇਨਸ਼ਾਅੱਲਾ ਨਿਕਲਾਂਗੇ। ਇਹ ਜਿਹੜੀ ਬਿਲਡਿੰਗ ਸਾਹਮਣੇ ਤੁਸੀਂ ਦੇਖ ਰਹੇ ਹੋ, ਇਹ ਇੰਜੀਨੀਅਰਿੰਗ ਦਾ ਬੜਾ ਵੱਡਾ ਇੱਕ ਸ਼ਾਹਕਾਰ ਹੈ। ਕਮਾਲ ਕਿਸਮ ਦੀ ਰਹਾਇਸ਼ੀ ਬਿਲਡਿੰਗ ਹੈ। ਥੱਲੇ ਜਿਹੜੇ ਲੇਕਿਨ ਜਿਹੜਾ ਹਾਈ ਜੈਂਡਰੀ ਮਹਿੰਗੀ ਰਹਾਇਸ਼ ਅਤੇ ਉਹਦੀ ਜਿਹੜੀ ਸਟਾਈਲ ਹੈ ਬਣਾਉਣ ਦਾ ਬੜਾ ਖੂਬਸੂਰਤ ਹੈ। ਥੱਲੇ ਚੌੜਾ ਹੈ, ਫਿਰ ਆਸਤਾ ਉੱਤੇ ਪਤਲਾ ਹੁੰਦਾ ਸੀ ਥੱਲੇ। ਆਹ ਦੇਖੋ ਇਹ ਬਿਲਡਿੰਗ ਸੀ, ਇਹਦਾ ਨਾਮ ਮੇਨ ਪਲਾਜ਼ਾ। ਥੱਲੇ ਤਾਂ ਦੁਕਾਨਾਂ ਬਣੀਆਂ ਨੇ, ਉੱਤੇ ਫਿਰ ਦਫਾਤਰ ਰਾਇਸ਼ਾਂ। ਇਹ ਸਾਹਮਣੇ ਫਰੈਂਕਫਰਟ ਦਾ ਪੁਲ ਜਿਹੜਾ ਕ੍ਰਾਸ ਹੋ ਰਿਹਾ ਹੈ ਦਰਿਆ ਦੇ ਉੱਤੋਂ ਦੀ ਮਾਈਨ ਦੇ। ਦੇਖੋ ਲੋਕ ਕਿਵੇਂ ਇੰਜੋਏ ਕਰ ਰਹੇ ਨੇ। ਇਹ ਦੇਖੋ ਤੁਸੀਂ ਸਾਰਾ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ। ਇਸ ਟਾਈਮ ਸ਼ਾਮ ਦੇ ਟਾਈਮ ਸੂਰਜ ਗਰੂਬ ਹੋ ਰਹੇ ਨੇ, ਲੋਕ ਆਪਣਾ ਨਿਕਲੇ ਨੇ ਸੈਰੋ ਤਫਰੀਹ ਕਰਨ ਵਾਸਤੇ। ਇੱਕ ਚੱਕਰ ਤੁਹਾਨੂੰ ਇੱਧਰ ਦਾ ਲਗਵਾਉਂਦੇ ਹਾਂ, ਫਿਰ ਇੱਕ ਚੱਕਰ ਤੁਹਾਨੂੰ ਦੂਸਰੇ ਸਾਈਡ ਤੋਂ ਚੱਲ ਕੇ ਦਿਖਾਉਂਦੇ ਹਾਂ ਨਾਲ ਦਰਿਆ ਦੇ ਨਾ। ਜਿਹੜੇ ਲੋਕਾਂ ਨੇ ਫਰੈਂਕਫਰਟ ਨਹੀਂ ਦੇਖਿਆ ਜਾਂ ਬਹੁਤ ਘੱਟ ਦੇਖਿਆ, ਉਹਨਾਂ ਵਾਸਤੇ ਸ਼ਾਮ ਦਾ ਇੱਕ ਨਜ਼ਾਰਾ ਬੜਾ ਖੂਬਸੂਰਤ ਨਜ਼ਾਰਾ ਦੇਖਣ ਦੇ ਕਾਬਲ। ਇਹ ਫਰੈਂਕਫਰਟ ਹੈ ਇਸ ਸਾਈਡ 'ਤੇ। ਤੁਹਾਨੂੰ ਆਹਿਸਤਾ ਦੂਜੀ ਸਾਈਡ 'ਤੇ ਪੁਲ ਦੇ ਉੱਤੇ ਹੁਣ ਲੈ ਕੇ ਚੱਲਦੇ ਹਾਂ ਤਾਂ ਕਿ ਤੁਸੀਂ ਖੂਬਸੂਰਤ ਜਿਹੜਾ ਨਜ਼ਾਰਾ ਹੈ ਨਾ ਪੁਲ ਦੇ ਉੱਤੋਂ। ਫਿਰ ਸਾਹਮਣੇ ਉਹ ਬਿਲਡਿੰਗ ਆ ਗਈ ਜਿਹੜੀ ਤੁਹਾਨੂੰ ਦਿਖਾਈ ਸੀ। ਇਸ ਸਾਈਡ 'ਤੇ ਦੇਖੋ ਤੁਸੀਂ ਲੋਕ ਸ਼ਾਮ ਦੇ ਨਜ਼ਾਰੇ ਲੈ ਰਹੇ ਨੇ। ਯੰਗ ਲੋਕ ਨਿਕਲੇ ਨੇ ਬਾਹਰ ਆਪਣੀ ਫਿਰਨ ਟੁਰਨ ਵਾਸਤੇ ਇਸ ਟਾਈਮ। ਉੱਧਰ ਉਹ ਬਿਲਡਿੰਗਾਂ ਬਿਲਕੁਲ ਮੁਸਤਕਬਲ ਦਾ ਨਿਊਯਾਰਕ ਇਹਨੂੰ ਕਿਹਾ ਜਾਂਦਾ ਕਿ ਸ਼ਾਇਦ ਇੱਕ ਵਕਤ ਆਏਗਾ ਕਿ ਯੂਰਪ ਦਾ ਨਿਊਯਾਰਕ ਬਣ ਜਾਏਗਾ ਉੱਚੀਆਂ ਬਿਲਡਿੰਗਾਂ ਦੇ ਨਾਲ। ਇਹ ਦੇਖੋ ਸਾਰਾ ਇਹ ਫਿਰ ਅੱਗੇ ਸ਼ਹਿਰ ਦੇ ਵਿੱਚ ਨਾਲ ਤੁਹਾਨੂੰ ਇਨਸ਼ਾਅੱਲਾ ਦਿਖਾਉਂਦੇ। ਦੇਖੋ ਜੀ, ਜਿਸ ਬੰਦੇ ਨੇ ਕੋਈ ਚੀਜ਼ ਦੇਖੀ ਹੁੰਦੀ ਹੈ, ਜਗ੍ਹਾ ਦੇਖੀ ਹੁੰਦੀ ਹੈ, ਉਹਦੇ ਵਾਸਤੇ ਉਹਦੀ ਕੋਈ ਅਹਿਮੀਅਤ ਨਹੀਂ। ਉਹਦੇ ਵਾਸਤੇ ਬਿਲਕੁਲ
ਆਮ ਚੀਜ਼ ਹੈ। ਲੇਕਿਨ ਜਿਸ ਬੰਦੇ ਨੇ ਕੋਈ ਜਗ੍ਹਾ ਨਹੀਂ ਦੇਖੀ ਉਹਦੇ ਵਾਸਤੇ ਇਹ ਨਜ਼ਾਰੇ, ਇਹ ਸੀਨਸ ਬਿਲਕੁਲ, ਇਹ ਦਰਿਆ ਮਾਈਨ ਕਹਿਲਾਉਂਦਾ ਫਰੈਂਕਫਰਟ ਦੇ ਬਿਲਕੁਲ ਦਰਮਿਆਨ 'ਚੋਂ ਗੁਜ਼ਰਦਿਆਂ ਹੋਇਆ। ਇਹਦੇ ਉੱਤੇ ਤਕਰੀਬਨ 5-6 ਪੁਲ ਨੇ ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ। ਔਰ ਇਸ ਸਾਈਡ ਤੇ ਤੁਸੀਂ ਜਿਹੜੀਆਂ ਬਿਲਡਿੰਗਾਂ ਦੇਖ ਰਹੇ ਹੋ ਸਾਰੀਆਂ ਸਿਟੀ ਦੇ ਅੰਦਰ ਨੇ। ਇਹਨਾਂ ਵਿੱਚ ਰੇਲਵੇ ਬੈਂਕਸ ਨੇ ਵੱਡੇ ਵੱਡੇ ਉੱਚੇ, ਹੋਰ ਬਾਕੀ ਮੁਖਤਲਿਫ ਅਦਾਰਿਆਂ ਦੀ। ਔਰ ਉੱਪਰਲੇ ਪਾਸੇ ਲੋਕ ਜਿਹੜੇ ਨੇ ਜਿਸ ਤਰ੍ਹਾਂ ਇੱਧਰ ਸੈਰ ਕਰ ਰਹੇ ਨੇ, ਇਸ ਤਰ੍ਹਾਂ ਹੀ ਡੇਲੀ ਸ਼ਾਮ ਦੇ ਟਾਈਮ ਜਿਹਨੂੰ ਕਹਿੰਦੇ ਨੇ ਮਨ ਚਲੇ ਜਾਂ ਨੌਜਵਾਨ ਜੋੜੇ, ਉਹ ਆ ਕੇ ਤੇ ਇੱਥੇ ਆਪਣੇ ਕਿਨਾਰੇ ਤੇ ਬਹਿ ਕੇ ਆਪਣਾ ਇੰਜੋਏ ਕਰਦੇ ਨੇ। ਉਹ ਪੁਲ, ਇਹ ਜਿਹੜਾ ਪੁਲ ਤੁਸੀਂ ਦੇਖ ਰਹੇ ਹੋ, ਇਸੇ ਤਰ੍ਹਾਂ ਦੇ 5-6 ਪੁਲ ਨੇ ਜਿਹਨੇ ਫਰੈਂਕਫਰਟ ਦੇ ਦੋਨਾਂ ਹਿੱਸਿਆਂ ਨੂੰ ਆਪਸ ਦੇ ਵਿੱਚ ਮਿਲਾਇਆ। ਲੋਕ ਇੱਕ ਦੂਸਰੇ ਸਾਈਡਾਂ ਤੇ ਜਾ ਸਕਦੇ ਨੇ। ਉਹ ਬਿਲਡਿੰਗ ਜਿਹੜੀ ਸਾਹਮਣੇ ਨਜ਼ਰ ਆ ਰਹੀ ਜਿਹਦੇ ਉੱਤੇ ਹਲਕੀ ਹਲਕੀ ਅਜੇ ਲਾਈਟ ਹੈ, ਇਹ ਸੈਂਟਰਲ ਬੈਂਕ ਜਿਹੜਾ ਯੂਰਪ ਦਾ ਇੱਥੇ ਹੁਣ ਬਣਿਆ। ਇਹਦੀ ਬੜੀ ਹਿਸਟਰੀ, ਜਦੋਂ ਬਣਨ ਲੱਗਾ ਸੀ ਬੜੇ ਇੱਥੇ ਇਹਦੇ ਖਿਲਾਫ ਮੁਜ਼ਾਹਰੇ ਹੋਏ, ਬੜਾ ਪੁਲਿਸ ਨੂੰ ਕੰਟਰੋਲ ਕਰਨਾ ਪਿਆ। ਤੇ ਬਾਕੀ ਫਿਰ ਇਹ ਜਿਹੜੀਆਂ ਅੱਗੇ ਬਿਲਡਿੰਗਾਂ ਤੁਸੀਂ ਦੇਖ ਰਹੇ, ਇਹ ਬਿਲਡਿੰਗ ਇਹ ਵੀ ਬੜੀ ਖੂਬਸੂਰਤ ਹੈ। ਉੱਤੇ ਉਹ ਬਾਲਕੋਨੀਆਂ ਬਣੀਆਂ ਨੇ, ਲੋਕੀ ਆਪਣੇ ਹੈ ਅੱਗੇ ਨਾਲ ਫਰੈਂਕਫਰਟ ਦੀ ਦੇਖੋ ਇੰਜੋਏ ਕਰ ਰਹੇ ਨੇ ਲੋਕ। ਫਿਰ ਇੱਕ ਹੋਰ ਖ਼ਾਸ ਚੀਜ਼ ਇਸ ਪਾਸੇ ਪਾਣੀ ਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਰੈਸਟੋਰੈਂਟ ਬਣਾਇਆ ਤਾਂ ਕਿ ਲੋਕ ਇੰਜੋਏ ਕਰਨਾ ਚਾਹਣ, ਬੈਠ ਕੇ ਕੋਈ ਕਾਫੀ ਚਾਹੇ। ਬਾਕੀ ਕੁਦਰਤੀ ਨਜ਼ਾਰਾ ਇਸ ਸਾਈਡ ਤੇ ਤੁਹਾਨੂੰ ਨਜ਼ਰ ਆ ਰਿਹਾ। ਜਿਸ ਨੇ ਫਰੈਂਕਫਰਟ ਦੀ ਸੈਰ ਨਹੀਂ ਕੀਤੀ ਜਾਂ ਕਿਨੇ ਪਹਿਲੇ ਨਹੀਂ ਦੇਖਿਆ, ਇਹ ਹੁਣ ਇਸ ਪੁਲ ਤੋਂ ਵੀ ਅਸੀਂ ਗੁਜ਼ਰ ਸਕਦੇ ਸੀ ਪਰਲੇ ਪਾਸੇ, ਲੇਕਿਨ ਮੈਂ ਸਮਝਿਆ ਕਿ ਅੱਗੇ ਚੱਲਦੇ ਹਾਂ, ਇੱਕ ਸਾਈਡ ਦੇ ਨਾਲ ਤੁਹਾਨੂੰ ਸੈਰ ਕਰਾਉਂਦੇ ਹਾਂ। ਉਹ ਪਰਲੀ ਸਾਈਡ ਤੇ ਜਿਹੜਾ ਰੇਲਵੇ ਸਟੇਸ਼ਨ ਵਗੈਰਾ ਉੱਧਰ ਆਉਂਦਾ ਹੈ ਔਰ ਰਸਾਈਲ ਜਿਹੜਾ ਬਾਜ਼ਾਰ ਹੈ। ਲੇਕਿਨ ਇਸ ਸਾਈਡ ਦੇ ਉੱਤੇ ਲੋਕਾਂ ਵਾਸਤੇ ਸੈਰ ਕਰਨ ਵਾਸਤੇ ਬੜਾ ਖੂਬਸੂਰਤ ਇਹ ਜਿਹੜੇ ਦਰਖਤ ਨੇ। ਇੱਥੇ ਕਿਸੇ ਜ਼ਮਾਨੇ 'ਚ ਬੜੀ ਵੱਡੀ ਫਲੀ ਮਾਰਕੀਟ ਵੀ ਲੱਗਦੀ ਸੀ ਐਵਰੀ ਸੈਚਰਡੇ। ਹੁਣ ਇਹ ਕਰੋਨਾ ਦੀ ਵਜ੍ਹਾ ਤੋਂ ਉਹਨੂੰ ਉਹਨਾਂ ਨੇ ਬੰਦ ਕਰ ਛੜਿਆ। ਇਹ ਦੇਖੋ ਇਸ ਸਾਈਡ ਤੇ ਰੈਸਟੋਰੈਂਟ ਵਗੈਰਾ ਖੁੱਲ੍ਹ ਗਏ ਨੇ, ਬਾਕੀ ਲੋਕਾਂ ਦੀਆਂ ਰਿਹਾਇਸ਼ਾਂ ਨੇ। ਪੁਰਾਣਾ ਸ਼ਹਿਰ, ਪੁਰਾਣਾ ਇਲਾਕਾ ਘਰਾਂ ਦੇ ਅੰਦਾਜ਼ਾ ਹੋ ਰਿਹਾ। ਇਹ ਦੇਖੋ ਨਾਲ ਦਰਿਆ ਚੱਲ ਰਿਹਾ ਔਰ ਨਾਲ ਪਰਲੇ ਪਾਸੇ ਰਿਹਾਇਸ਼ਾਂ ਨੇ ਬਿਲਕੁਲ ਕਰੀਬ। ਔਰ ਇਸ ਸਾਈਡ ਤੇ ਇਹ ਬੜਾ ਖੂਬਸੂਰਤ ਸਾਈਕਲ ਵਾਸਤੇ ਜਾਂ ਪੈਦਲ ਚੱਲਣ ਵਾਸਤੇ ਬੜੀ ਅੱਛੀ। ਔਰ ਥੱਲੇ ਫਿਰ ਸ਼ਿਪ ਤੁਹਾਨੂੰ ਨਜ਼ਰ ਆ ਰਿਹਾ, ਔਰ ਜਿਹਦੇ ਵਿੱਚ ਲੋਕਾਂ ਦੀ ਸ਼ੌਪ ਨਾਲ ਬੈਠ ਕੇ ਚਾਹ ਪੀਂਦੇ ਨੇ। ਤੇ ਹੁਣ ਇੱਥੋਂ ਅਸੀਂ, ਮੇਰਾ ਖਿਆਲ ਅਸੀਂ ਰਾਈਟ ਸਾਈਡ ਕ੍ਰਾਸ ਕਰ ਜਾਂਦੇ ਹਾਂ। ਇਹ ਦੇਖੋ ਨਜ਼ਾਰਾ। ਇਹ ਬਿਲਡਿੰਗਾਂ ਜਿਹੜੀਆਂ ਤੁਹਾਨੂੰ ਪਹਿਲਾਂ ਦੂਰੋਂ ਨਜ਼ਰ ਆ ਰਹੀਆਂ ਸਨ, ਇਸ ਪਾਸੇ ਦਰਿਆ ਨਾਲ ਸਾਰਾ ਦਰਿਆ ਦਾ ਨਜ਼ਾਰਾ ਜੇ। ਇਹ ਸਾਹਮਣੇ ਇਹ ਜਿੰਨੀਆਂ ਉੱਚੀਆਂ ਬਿਲਡਿੰਗਾਂ ਨੇ ਫਰੈਂਕਫਰਟ ਦੀਆਂ, ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਮੁਸਤਕਬਲ ਦਾ ਨਿਊਯਾਰਕ ਬਣਨ ਵਾਲਾ, ਇਸ ਤਰ੍ਹਾਂ ਬਿਲਡਿੰਗਾਂ ਜੇ ਬਣ ਰਹੀਆਂ ਨੇ, ਰਿਹਾਇਸ਼ੀ ਵੀ ਔਰ ਦਫ਼ਤਰ ਵੀ। ਇਹਦੇ ਵਿੱਚ ਜਦੋਂ ਅਸੀਂ ਐਂਟਰ ਹੋ ਜਾਈਏ ਤੇ ਇਸ ਤਰ੍ਹਾਂ ਹੀ ਲੱਗਦਾ ਕਿ ਤੁਸੀਂ ਮੈਨਹਾਟਨ, ਜਿਹੜਾ ਨਿਊਯਾਰਕ ਦਾ ਮੇਨ ਇਲਾਕਾ ਜਿੱਥੇ ਉੱਚੀਆਂ ਬਿਲਡਿੰਗਾਂ ਨੇ, ਤੁਸੀਂ ਉਹਦੇ ਉੱਥੇ ਤਾਂ ਬਹੁਤ ਜ਼ਿਆਦਾ ਨੇ ਬਾਹਰ, ਲੇਕਿਨ ਯੂਰਪ ਦੇ ਲਿਹਾਜ਼ ਨਾਲ ਇੱਥੇ ਕਾਫੀ ਜ਼ਿਆਦਾ ਲੱਗਦੀਆਂ ਨੇ, ਹੈ ਨਾ। ਆਹ ਦੇਖੋ ਤੁਸੀਂ ਉਸ ਇਲਾਕੇ ਦੇ ਵਿੱਚ ਸ਼ਾਮਲ ਹੁੰਦੇ ਤਾਂ ਫਿਰ ਇਸ ਤਰ੍ਹਾਂ ਤੁਹਾਨੂੰ ਅੰਦਾਜ਼ਾ ਹੁੰਦਾ ਕਿ ਕਿੰਨੀ ਉਚਾਈ ਇਹਨਾਂ ਦੀ। ਅਗਰ ਇਸ ਸਾਈਡ ਤੇ ਚਲੇ ਜਾਓ ਤੇ ਅੰਦਰ ਉਹ ਸਾਈਲ ਦਾ ਇਲਾਕਾ, ਜਾਂ ਜਿਹਨੂੰ ਹਾਊਪਟਵਾਖੇ ਅੱਗੇ ਇੱਕ ਦਫਾ ਵੀਡੀਓ ਤੁਹਾਨੂੰ ਦਿਖਾਈ ਸੀ, ਉਹ ਉੱਤੇ ਸਾਈਨ ਵੀ ਲੱਗਾ। ਇੱਧਰ ਅਗਰ ਸਿੱਧੇ ਚਲੇ ਜਾਓ ਤਾਂ ਅੱਗੋਂ ਲੈਫਟ ਤੇ ਰੇਲਵੇ ਸਟੇਸ਼ਨ ਨੂੰ ਮੁੜਿਆ ਜਾ ਸਕਦਾ ਹੈ। ਅੱਗੋਂ ਦੇਖੇ ਲੱਗਿਆ, ਤੁਹਾਨੂੰ ਦਿਖਾਉਂਦੇ ਹਾਂ ਇਨਸ਼ਾਅੱਲਾ। ਥੱਲੇ ਪਹੁੰਚ ਕੇ ਜਿਹੜੀਆਂ ਬਿਲਡਿੰਗਾਂ ਨੇ ਉਹਦਾ ਨਜ਼ਾਰਾ ਉਤਾਂ ਨੂੰ ਕਰਕੇ ਤੇ ਫਿਰ ਅੰਦਾਜ਼ਾ ਹੁੰਦਾ ਕਿ ਕਿੰਨੀਆਂ ਉੱਚੀਆਂ ਨੇ। It's too hard to eat. Mama says you're just all skin and lazy bones. Desperation always makes a body go. Dripping sweet. ਇਹ ਸਾਰਾ ਇਲਾਕਾ ਜਿਹੜਾ ਇਹ ਸਾਰਾ ਬਾਨਾ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ। ਔਰ ਲੋਕੀ ਕਰੋਨਾ ਦੇ ਬਾਅਦ ਆਹਿਸਤਾ ਹੁਣ ਬਾਹਰ ਨਿਕਲਣਾ ਸ਼ੁਰੂ ਹੋ ਗਏ ਨੇ। कैसे शौक, कैसे अपने लोगों के पाले ने। टैक्सियां वाले वेखो, इन्हां दा भी किसी जमाने च बादशाहत हुंदे सी, हुण तरसदे ने सवारियां वास्ते। कोई कम नहीं। दोस्त दस रहे सन सुबह तो आके शाम तक 15-20 यूरो का काम करके जाने हैं। लो जी वेजर स्ट्रासे,
ਇਹ ਵੀ ਇੱਕ ਸਟਰਾਸੇ ਕਾਫੀ ਮਸ਼ਹੂਰ ਸਟਰੀਟ ਹੈ। ਇਹਦੇ ਉੱਤੇ ਵੀ ਤੁਹਾਨੂੰ ਡਿਫਰੈਂਟ ਦੁਕਾਨਾਂ ਜਿਹੜੀਆਂ ਨੇ ਮਿਲਣਗੀਆਂ, ਟਰੈਵਲ ਏਜੰਸੀਆਂ ਜਾਂ ਆਪਣੀਆਂ ਦੇਸੀ। ਇੱਥੇ ਇੱਕ ਦੁਕਾਨ ਹੈ ਜਾਂ ਖਾਣ ਪੀਣ ਦੀ ਕਹਿ ਸਕਦੇ ਹੋ ਉਹਨੂੰ, ਪਾਕਿਸਤਾਨੀ ਲਾਹੌਰੀ ਟਿੱਕਾ, ਉਹ ਵੀ ਤੁਹਾਨੂੰ ਬਾਹਰੋਂ ਦਿਖਾਉਂਦੇ ਆ। ਤੇ ਤਾਂ ਕਿ ਜਿਹੜੇ ਦੋਸਤਾਂ ਨੂੰ ਨਹੀਂ ਪਤਾ ਉਹ ਇੱਥੇ ਜਦੋਂ ਕਦੇ ਫਰੈਂਕਫਰਟ ਦੇ ਵਿੱਚ ਆਉਣ, ਉਹਨਾਂ ਦਾ ਦਿਲ ਕਰੇ ਖਾਣ ਪੀਣ ਤੇ ਇੱਥੇ ਆ ਕੇ ਤੇ ਆਪਣਾ ਖਾ ਪੀ ਲੈਣ। ਇਸ ਟਾਈਮ ਅਸੀਂ ਆ ਗਏ ਮਿਊਨਚਨ ਸਟਰਾਸੇ ਜਿਹੜਾ ਇਹ ਵੀ ਕਾਫੀ ਮਸ਼ਹੂਰ ਸਟਰੀਟ ਹੈ, ਬਹੁਤ ਪੁਰਾਣਾ, ਕਾਫੀ ਦੁਕਾਨਾਂ ਨੇ ਇੱਥੇ ਏਸ਼ੀਅਨ। ਆ ਦੇਖ ਸਕਦੇ ਸਾਨ ਮਾਰਕੀਟ, ਇਸ ਪਾਸੇ ਵੀ ਡਿਫਰੈਂਟ ਚੀਜ਼ਾਂ ਜਿਹੜੀਆਂ ਤੁਹਾਨੂੰ ਨਜ਼ਰ ਆਉਣਗੀਆਂ। ਰੈਸਟੋਰੈਂਟਾਂ ਦੀਆਂ ਬਹਾਰਾਂ ਜਿਹੜੀਆਂ ਦੁਬਾਰਾ ਸ਼ੁਰੂ ਹੋ ਗਈਆਂ ਨੇ। ਤੇ ਇਸ ਤਰ੍ਹਾਂ ਮਿਊਨਚਨ ਸਟਰਾਸੇ ਕਿਉਂਕਿ ਕਾਫੀ ਲੋਕ ਜਾਣਦੇ ਨੇ ਇੱਥੇ, ਤੁਰਕਿਸ਼ ਦੁਕਾਨਾਂ ਵੀ ਹੈ ਨੇ। ਫਿਰ ਜਿਉਂ ਤੁਸੀਂ ਅੱਗੇ ਚੱਲਦੇ ਚਲੇ ਜਾਓ ਤੁਹਾਨੂੰ ਇਹ ਵੇਖ ਕੇ ਇਸ ਪਾਸੇ ਮੇਰਾ ਖਿਆਲ ਹੈ ਉਹ ਹੈ ਲਾਹੌਰ ਕਬਾਬ ਜਿਹੜਾ ਕਾਫੀ ਮਸ਼ਹੂਰ ਹੈ, ਬਹੁਤ ਪਾਕਿਸਤਾਨੀ ਆਉਂਦੇ ਨੇ ਦੁਪਹਿਰ ਸ਼ਾਮ। ਔਰ ਇਸੇ ਤਰ੍ਹਾਂ ਹੀ ਇਸ ਪਾਸੇ ਵੀ ਕਾਫੀ ਦੁਕਾਨਾਂ ਨੇ। ਤੁਹਾਨੂੰ ਬਾਹਰ ਲੱਗੂ ਇਹ ਬਾਜ਼ਾਰ ਕੁਰਸੀ ਤੇ ਮੁੜ ਜਾਂਦੇ ਅੱਗੇ ਰੇਲਵੇ ਸਟੇਸ਼ਨ ਨਜ਼ਰ ਆ ਰਿਹਾ ਸਾਹਮਣੇ। ਤੇ ਇਹ ਦੇਖੋ ਉਹ ਖੂਬਸੂਰਤ ਬਿਲਡਿੰਗ ਵੀ ਇੱਕ ਨਜ਼ਰ ਆ ਰਹੀ ਸਾਹਮਣੇ, ਇਹ ਵੀ ਕਿਸੇ ਬੈਂਕ ਦੀ ਹੈ। ਸ਼ਾਮ ਹੋ ਗਈ ਇਸ ਟਾਈਮ, ਅੱਜ ਬੁੱਧ ਦਾ ਦਿਨ ਹੈ, ਡਿਊਰਿੰਗ ਆਮ ਵਰਕਿੰਗ ਡੇ, ਫਿਰ ਵੀ ਬਹੁਤ ਰਸ਼ ਹੈ। ਇਹ ਸਾਹਮਣੇ ਜਿਹੜਾ ਕ੍ਰਾਈਸਿੰਗ ਬਣ ਰਹੀ ਹੈ ਕਾਈਜ਼ਰ ਸਟਰਾਸੇ ਵੇ, ਕਾਈਜ਼ਰ ਸਟਰਾਸੇ ਤੇ ਵੀ ਬਹੁਤ ਸਾਰੀਆਂ ਦੁਕਾਨਾਂ ਨੇ। ਇੱਧਰ ਹੈ ਰਾਣਾ ਜਿਊਲਰਸ, ਇਹ ਰਾਣਾ ਜਿਊਲਰਸ ਉਹ ਨੇ, ਇਹਨਾਂ ਨੂੰ ਅਗਰ ਕੋਈ ਨਹੀਂ ਜਾਣਦਾ, ਕਾਫੀ ਮਸ਼ਹੂਰ ਰਾਣਾ ਸਾਹਿਬ ਪੁਰਾਣੇ ਆਪਣਾ ਬਰਾਵਾ ਦੇ ਵਿੱਚ ਹੁੰਦੇ ਸਨ, ਇੱਕ ਮਹਿਮੂਦ ਸੁਨਿਆਰਾ, ਮਹਿਮੂਦ ਜਿਊਲਰਸ ਉਹਨਾਂ ਦੇ ਭਾਈ ਨੇ। ਤੇ ਇਹ ਮੈਂ ਤੁਹਾਨੂੰ ਇੱਧਰ ਮੋੜ ਕੇ ਤੇ ਇਹ ਵੀ ਜ਼ਰਾ ਦਿਖਾ ਦਿਆਂ ਇਸ ਸਾਈਡ ਤੋਂ ਨਾ, ਇਹ ਸਾਰਾ ਇਲਾਕਾ। ਇਹ ਦੇਖੋ ਸਾਹਮਣੇ ਰੇਲਵੇ ਸਟੇਸ਼ਨ ਜੇ ਜਰਮਨੀ ਫਰੈਂਕਫਰਟ ਦਾ, ਇੱਥੋਂ ਇਹ ਸਟਰੀਟ ਸ਼ੁਰੂ ਹੁੰਦੀ ਹੈ ਜਿਹੜੀ ਇੱਕ ਪਾਸੇ ਮਿਊਨਚਨ ਸਟਰਾਸੇ ਔਰ ਇੱਕ ਪਾਸੇ ਇਹ ਜਿਹੜੀ ਕਾਈਜ਼ਰ ਸਟਰਾਸੇ ਔਰ ਇੱਕ ਪਰਲੇ, ਇਹ ਤਿੰਨ ਸਟਰੀਟ ਨੇ ਸਾਹਮਣੇ ਮੇਨ। ਇਹ ਦੇਖੋ ਇੱਥੋਂ ਅਸੀਂ ਵਾਪਸ ਮੋੜ ਲੈਂਦੇ ਹਾਂ। ਫਿਰ ਉਹੀ ਸਟਰੀਟ ਅੱਗੇ ਤੁਹਾਨੂੰ ਇੱਥੇ ਦਿਖਾਏ ਆ ਨਜ਼ਾਰੇ ਜਿਹੜੇ ਨੇ। ਇਹ ਸਾਰਾ ਏਰੀਆ ਦੀ ਸੈਰ ਕਰਾਤੀ ਤੁਹਾਨੂੰ। ਤੇ ਇਹ ਸਾਡਾ ਸਾਹਮਣੇ ਰੇਲਵੇ ਸਟੇਸ਼ਨ ਆ ਗਿਆ ਔਰ ਇੱਥੋਂ ਤੱਕ ਤੁਹਾਨੂੰ ਨਾਲ ਲਿਜਾ ਕੇ ਸੈਰ। ਇਹ ਥੱਲੇ ਊਬਾਨ ਥੱਲੇ ਤੁਸੀਂ ਚਲੇ ਜਾਓ, ਬਹੁਤ ਵੱਡਾ ਨਿਜ਼ਾਮ ਹੈ ਥੱਲੇ ਦਾ, ਦਰਜਨੋਂ ਸੈਂਕੜੋਂ ਜਿਹੜੀਆਂ ਦਿਨ ਦੇ ਵਿੱਚ ਹਜ਼ਾਰਾਂ ਟ੍ਰੇਨਾਂ ਜਿਹੜੀਆਂ ਨੇ ਉੱਤੇ ਨੇ, ਗਲਾਸ 21। ਫਿਰ ਥੱਲੇ ਚਲੇ ਜਾਓ, ਉਹਦੇ ਵਿੱਚ ਤੁਸੀਂ ਬੈਠ ਕੇ ਅੰਡਰਗਰਾਊਂਡ ਨਿਕਲਦੇ ਹੋ। ਮੁਖਤਲਿਫ ਜਿੰਨੀਆਂ ਸ਼ਹਿਰ ਨੇ ਇੱਥੋਂ ਕਰੀਬ